ਅੱਜ ਅਸੀਂ ਇਸ ਵੀਡੀਓ ਰਾਹੀਂ ਨਿਊ ਐਜੂਕੇਸ਼ਨ ਪੋਲਿਸੀ 2020 ਦਾ ਵਿਸ਼ਲੇਸ਼ਣ ਕਰਾਂਗੇ। ਭਾਰਤੀ ਸਿੱਖਿਆ ਨੀਤੀ 'ਚ ਜਿਹੜਾ ਪਹਿਲੀ ਵਾਰ ਬਦਲਾਅ ਸੀ ਉਹ 1968 ਵਿੱਚ ਕੀਤਾ ਗਿਆ ਸੀ ਅਤੇ ਆਜ਼ਾਦੀ ਤੋਂ ਬਾਅਦ ਦੀ ਇਹ ਸਿਚੁਏਸ਼ਨ ਸੀ। ਇਸ ਤੋਂ ਬਾਅਦ 1986 'ਚ ਸਿੱਖਿਆ ਨੀਤੀ ਬਣਾਈ ਗਈ ਸੀ, ਜਿਸ ਵਿੱਚ ਥੋੜ੍ਹਾ ਬਦਲਾਅ 1992 ਵਿੱਚ ਕੀਤਾ ਗਿਆ ਸੀ। 1992 'ਚ ਜਿਹੜਾ ਬਦਲਾਅ ਸੀ ਉਹ ਬਹੁਤ ਵੱਡੇ ਪੱਧਰ 'ਤੇ ਨਹੀਂ ਸੀ, ਜਿਸ ਕਰਕੇ 1992 ਨੂੰ ਅਲੱਗ ਤੋਂ ਸਿੱਖਿਆ ਨੀਤੀ 'ਚ ਸ਼ਾਮਲ ਨਹੀਂ ਕੀਤਾ ਜਾਂਦਾ। ਲਗਭਗ 34 ਸਾਲਾਂ ਦੇ ਸਮੇਂ ਅੰਤਰਾਲ ਤੋਂ ਬਾਅਦ ਨਿਊ ਐਜੂਕੇਸ਼ਨ ਪੋਲਿਸੀ 2020 ਜਿਹੜੀ ਆਈ ਹੈ, ਇਸ ਦੇ 2022 ਤੱਕ ਲਾਗੂ ਹੋਣ ਦੀ ਸੰਭਾਵਨਾ ਹੈ। ਜੇਕਰ ਹਾਲਤ ਠੀਕ ਰਹਿੰਦੇ ਨੇ ਤਾਂ ਇਸ ਨੀਤੀ ਨੂੰ ਲੈ ਕੇ ਤਰ੍ਹਾਂ ਦੇ ਵਿਚਾਰ ਜਿਹੜੇ ਨੇ ਉਹ ਪੇਸ਼ ਕੀਤੇ ਜਾ ਰਹੇ ਨੇ। ਕੋਈ ਇਸ ਦੇ ਪੱਖ 'ਚ ਹੈ ਤਾਂ ਕੋਈ ਇਸ ਦੀ ਆਲੋਚਨਾ ਕਰ ਰਿਹਾ ਹੈ। ਇਸ ਐਜੂਕੇਸ਼ਨ ਪੋਲਿਸੀ ਨੂੰ ਲੈ ਕੇ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਇਸ ਪੋਲਿਸੀ ਨੂੰ ਬਣਾਉਣ ਸਮੇਂ ਗਰਾਊਂਡ ਪੱਧਰ ਭਾਵ ਕਿ ਪੇਂਡੂ ਪੱਧਰ ਤੱਕ ਵੀ ਸਲਾਹ ਮਸ਼ਵਰਾ ਜਿਹੜਾ ਹੈ ਉਹ ਕੀਤਾ ਗਿਆ ਹੈ। ਇਸਰੋ ਦੇ ਪੂਰਵ ਵਿਗਿਆਨੀ ਰਹਿ ਚੁੱਕੇ ਕਸਤੂਰੀ ਰੰਜਨ ਦੀ ਪ੍ਰਧਾਨਗੀ ਹੇਠ ਇਸ ਪੋਲਿਸੀ ਦਾ ਨਿਰਮਾਣ ਕੀਤਾ ਗਿਆ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਪੋਲਿਸੀ ਵਿੱਚ ਹਰ ਜ਼ਿਲ੍ਹੇ ਬਲਾਕ ਜਿਹੜਾ ਹੈ ਉਸਦੇ ਵਿਚਾਰ ਜਿਹੜੇ ਨੇ ਉਹ ਸ਼ਾਮਲ ਕੀਤੇ ਗਏ ਨੇ, ਭਾਵ ਕਿ ਹਰ ਪੱਧਰ 'ਤੇ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹ ਪੋਲਿਸੀ ਤਿਆਰ ਕੀਤੀ ਗਈ ਹੈ। ਕਿਸੇ ਸਿੱਖਿਆ ਨੀਤੀ ਜਾਂ ਪੋਲਿਸੀ ਨੂੰ ਬਣਾਉਣ ਨੂੰ ਲੈ ਕੇ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਕਮੇਟੀ ਰਹੀ ਹੈ, ਜਿਸ ਦੇ ਇੰਨੇ ਜ਼ਿਆਦਾ ਸੁਝਾਵਾਂ ਨੂੰ ਜਿਹੜਾ ਹੈ ਉਹ ਮੰਨਿਆ ਗਿਆ ਹੈ। ਇਸ ਨੀਤੀ ਦੇ ਅਨੁਸਾਰ ਭਾਰਤ ਦਾ ਜਿਹੜਾ MHRD ਮੰਤਰਾਲਾ ਭਾਵ ਕਿ ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਹੈ, ਇਸ ਦਾ ਨਾਮ ਬਦਲ ਦਿੱਤਾ ਗਿਆ ਹੈ ਅਤੇ ਨਵਾਂ ਨਾਮ ਸਿੱਖਿਆ ਮੰਤਰਾਲਾ ਮਿਨਿਸਟਰੀ ਆਫ ਐਜੂਕੇਸ਼ਨ ਰੱਖ ਦਿੱਤਾ ਗਿਆ ਹੈ। ਤੋਂ ਇਲਾਵਾ ਜਿਹੜਾ ਅੱਜ 10+2 ਪ੍ਰੋਗਰਾਮ ਹੈ, ਇਸ ਨੂੰ ਬਦਲ ਕੇ 5+3+3+4 ਕਰ ਦਿੱਤਾ ਗਿਆ ਹੈ। ਅੱਜ ਅਸੀਂ ਇਸ 5+3+3+4 ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਅਤੇ ਨਾਲ ਹੀ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਅਤੇ PhD ਵਿੱਚ ਆਉਣ ਵਾਲੇ ਬਦਲਾਵਾਂ ਨੂੰ ਵੀ ਜਾਣਾਂਗੇ। ਨਵੀਂ ਸਿੱਖਿਆ ਨੀਤੀ ਰਾਹੀਂ ਸਟਰੀਮ ਨੂੰ ਖਤਮ ਕਰਕੇ ਮਲਟੀਪਲ ਐਂਟਰੀ ਅਤੇ ਐਗਜ਼ਿਟ ਨੂੰ ਸ਼ਾਮਲ ਕੀਤਾ ਗਿਆ ਹੈ। 10+2 ਜਿਹੜਾ ਪ੍ਰੋਗਰਾਮ ਅੱਜ ਲਾਗੂ ਹੈ, ਜਿਸ ਦਾ ਮਤਲਬ ਹੈ 12 ਸਾਲ ਫਾਰਮਲ ਐਜੂਕੇਸ਼ਨ ਭਾਵ ਕਿ ਗੌਰਮੈਂਟ ਦੀ ਨਿਗਰਾਨੀ ਹੇਠ 12 ਸਾਲ ਪੜ੍ਹਾਈ, ਪਹਿਲੀ ਜਮਾਤ ਤੋਂ 10ਵੀਂ ਤੱਕ ਅਤੇ ਅੱਗੇ 11ਵੀਂ ਅਤੇ 12ਵੀਂ। 12ਵੀਂ ਤੋਂ ਬਾਅਦ ਵਿਦਿਆਰਥੀ ਕਿਸੇ ਵੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਦਾ ਹੈ, ਭਾਵ ਰਾਜ ਸਰਕਾਰ 10+2 ਰਾਹੀਂ ਫਾਰਮਲ ਐਜੂਕੇਸ਼ਨ ਜਿਹੜੀ ਹੈ ਉਹ ਵਰਤਮਾਨ ਸਮੇਂ 'ਚ ਦਿੰਦੀ ਹੈ, ਜਿਸ ਤੋਂ ਗ੍ਰੈਜੂਏਸ਼ਨ 'ਚ ਰਾਜ ਸਰਕਾਰ ਦੀ ਭੂਮਿਕਾ +2 ਵਾਲੀ ਜਿਹੜੀ ਹੈ ਉਹ ਨਹੀਂ ਹੁੰਦੀ, ਭਾਵ ਕਿ ਫਾਰਮਲ ਐਜੂਕੇਸ਼ਨ ਦੇਣਾ ਰਾਜ ਸਰਕਾਰ ਦਾ +2 ਤੱਕ ਦਾ ਲਾਜ਼ਮੀ ਕੰਮ ਸੀ। ਹੁਣ ਇਸ ਸਿਸਟਮ ਵਿੱਚ ਨਿਊ ਐਜੂਕੇਸ਼ਨ ਪੋਲਿਸੀ 2020 ਰਾਹੀਂ ਬਦਲਾਅ ਕੀਤਾ ਗਿਆ ਹੈ। 10+2 ਵਿੱਚ ਇੱਕ ਬੱਚਾ 6 ਸਾਲ ਦੀ ਉਮਰ ਵਿੱਚ ਪਹਿਲੀ ਜਮਾਤ ਵਿੱਚ ਦਾਖਲ ਹੁੰਦਾ ਸੀ। ਉਸ ਤੋਂ ਬਾਅਦ ਸਰਕਾਰ 12 ਸਾਲ ਉਸ ਬੱਚੇ 'ਤੇ ਨਿਗਰਾਨੀ ਰੱਖਦੀ ਸੀ ਕਿ ਬੱਚਾ ਇਹਨਾਂ 12 ਸਾਲਾਂ ਵਿੱਚ ਕੀ ਪੜ੍ਹ ਰਿਹਾ ਹੈ। ਪਰ ਹੁਣ ਜਿਹੜੀ ਨਿਊ ਐਜੂਕੇਸ਼ਨ ਪੋਲਿਸੀ 2020 ਆਈ ਹੈ, ਇਸ ਨਾਲ ਸਰਕਾਰ ਬੱਚੇ ਉੱਤੇ 15 ਸਾਲ ਨਿਗਰਾਨੀ ਰੱਖੇਗੀ, ਭਾਵ ਕਿ 5+3+3+4 ਕੁੱਲ ਜੋੜ ਜਿਹੜਾ ਕੁੱਲ ਸਮਾਂ ਹੈ ਇਸ ਪੋਲਿਸੀ ਰਾਹੀਂ ਸਰਕਾਰ ਦਾ 15 ਸਾਲ ਬਣਦਾ ਹੈ। ਨਿਊ ਐਜੂਕੇਸ਼ਨ ਪੋਲਿਸੀ 2020
ਵਿੱਚ ਬੱਚੇ ਦੇ 3 ਸਾਲ ਦੀ ਉਮਰ ਦਾ ਹੋਣ 'ਤੇ ਹੀ ਉਸ ਨੂੰ ਸਰਕਾਰ ਦੀ ਨਿਗਰਾਨੀ ਹੇਠ ਹੋਣ ਵਾਲੀ ਰਸਮੀ ਪੜ੍ਹਾਈ ਭਾਵ 5+3+3+4 ਵਿੱਚ ਸ਼ਾਮਲ ਕਰ ਦਿੱਤਾ ਜਾਏਗਾ। 3 ਸਾਲ ਦੀ ਉਮਰ ਵਿੱਚ ਜਦੋਂ ਬੱਚਾ ਸਕੂਲ ਆਵੇਗਾ ਤਾਂ ਉਸ ਨੂੰ ਮੁੱਢਲੇ 3 ਸਾਲ ਸਿਰਫ ਬੈਠਣਾ, ਐਕਟੀਵਿਟੀ ਖੇਡਣਾ ਆਦਿ ਹੀ ਕਰਵਾਈਆਂ ਜਾਣਗੀਆਂ। ਇਸ ਦੇ ਪਿੱਛੇ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਕਮੇਟੀ ਨੇ ਇਸ ਗੱਲ 'ਤੇ ਗਹਿਨ ਅਧਿਐਨ ਕੀਤਾ ਕਿ ਬੱਚਾ ਸਕੂਲ ਤੋਂ ਭੱਜਦਾ ਕਿਉਂ ਹੈ, ਉਹ ਸਕੂਲ ਜਾਣਾ ਕਿਉਂ ਪਸੰਦ ਨਹੀਂ ਕਰਦਾ। ਇਸ ਨੂੰ ਧਿਆਨ 'ਚ ਰੱਖਦਿਆਂ ਬੱਚੇ ਦੇ ਸਕੂਲ 'ਚ ਲਗਾਵ ਨੂੰ ਵਧਾਉਣ ਲਈ ਪਹਿਲੇ 3 ਸਾਲ ਸਿਰਫ ਐਕਟੀਵਿਟੀ ਰਾਹੀਂ ਸਿਖਾਉਣ 'ਤੇ ਸਰਬਪੱਖੀ ਵਿਕਾਸ ਦੀ ਵਿਵਸਥਾ ਇਸ ਪਾਲਿਸੀ 'ਚ ਕੀਤੀ ਗਈ ਹੈ। ਬੱਚਾ ਹੁਣ ਸਕੂਲ ਵਿੱਚ ਖੇਡੇਗਾ ਅਤੇ ਖੇਡ 'ਚ ਸਿੱਖੇਗਾ। ਦੂਜੀ, ਇਹਨਾਂ 3 ਸਾਲਾਂ ਦੀ ਸਿੱਖਿਆ ਤੋਂ ਬਾਅਦ ਬੱਚਾ ਜਮਾਤ ਜਿਹੜਾ ਹੈ ਆਪਣੀ ਪਹਿਲੀ ਅਤੇ ਦੂਜੀ 5 ਸਾਲ ਦੇ ਗੇੜ 'ਚ ਪੂਰੀ ਕਰ ਲੇਗਾ ਅਤੇ ਇਸ ਨਾਲ ਮੁੱਢਲੀ ਰਸਮੀ ਸਿੱਖਿਆ ਦਾ 5 ਸਾਲ ਦਾ ਜਿਹੜਾ ਸਰਕਲ ਹੈ ਉਹ ਪੂਰਾ ਹੁੰਦਾ ਹੈ। ਅਤੇ ਜਿਹੜੀ ਜ਼ਰੂਰੀ ਗੱਲ ਹੈ ਉਹ ਇਹ ਹੈ ਕਿ ਮੁੱਢਲੇ 5 ਸਾਲ ਦੇ ਸਰਕਲ ਦੌਰਾਨ ਕੋਈ ਐਗਜ਼ਾਮ ਨਹੀਂ ਹੋਏਗਾ। ਇਸ ਸਟੇਜ ਨੂੰ ਫਾਊਂਡੇਸ਼ਨ ਸਟੇਜ ਜਾਂ 5 ਸਾਲਾਂ ਬਿਨਾਂ ਐਗਜ਼ਾਮ ਦੇ ਸਿੱਖਿਆ ਕਿਹਾ ਗਿਆ ਹੈ। ਹੁਣ ਜਿਹੜਾ ਫਸਟ ਸਟੇਜ ਜਾਂ 5 ਸਾਲ ਵਾਲੀ ਜਿਹੜੀ ਸਟੇਜ ਹੈ ਜਿਸ ਵਿੱਚ ਖੇਡਣਾ ਅਤੇ ਪੜ੍ਹਨਾ ਸ਼ਾਮਲ ਹੈ, ਇਹਦੇ ਵਿੱਚ ਪਹਿਲੇ 3 ਸਾਲ ਬੱਚੇ ਨੂੰ ਖਿਡਾਇਆ ਜਾਏਗਾ, ਸਕੂਲ ਵਿੱਚ ਬੁਲਾ ਕੇ ਖੇਡਣਾ ਆਦਿ ਸ਼ਾਮਲ ਹੋਏਗਾ ਅਤੇ ਅਗਲੇ 2 ਸਾਲ ਵਿੱਚ ਜਿਹੜਾ ਹੈ ਉਹ ਆਪਣੀ ਪਹਿਲੀ ਅਤੇ ਦੂਜੀ ਜਮਾਤ ਦੀ ਪੜ੍ਹਾਈ ਕਰੇਗਾ ਅਤੇ ਐਗਜ਼ਾਮ ਜਿਹੜਾ ਹੈ ਇਸ ਪਹਿਲੀ ਸਟੇਜ ਦੇ ਵਿੱਚ ਨਹੀਂ ਹੋਵੇਗਾ। ਇਸ ਤੋਂ ਬਾਅਦ ਸੈਕਿੰਡ ਸਟੇਜ ਜਿਹੜੀ ਹੈ 3 ਸਾਲ ਜਿਸ ਨੂੰ ਸਮਾਂ ਲੱਗੇਗਾ ਸ਼ੁਰੂ ਹੁੰਦੀ ਹੈ। ਪਹਿਲੀ 5 ਸਾਲਾਂ ਰਸਮੀ ਸਿੱਖਿਆ ਦੀ ਸਟੇਜ ਪਾਰ ਕਰਨ ਤੋਂ ਬਾਅਦ ਬੱਚਾ ਦੂਜੀ ਸਟੇਜ ਵਿੱਚ ਆਏਗਾ ਜਿੱਥੇ ਉਹ 3 ਸਾਲ ਰਸਮੀ ਸਿੱਖਿਆ ਪ੍ਰਾਪਤ ਕਰੇਗਾ। ਇਸ ਸਟੇਜ ਨੂੰ ਪ੍ਰੀਪੇਰੇਟਰੀ ਸਟੇਜ ਕਿਹਾ ਗਿਆ ਹੈ। ਇਸ ਸਟੇਜ ਵਿੱਚ ਬੱਚਾ ਜਮਾਤ 3, 4 ਅਤੇ 5ਵੀਂ ਪਾਸ ਕਰੇਗਾ ਅਤੇ ਇਹਦੇ ਵਿੱਚ ਜਿਹੜੀ ਇੱਕ ਇੱਥੇ ਉਹ ਸਟੱਡੀ ਵਿਦ ਐਕਟੀਵਿਟੀ ਕਰੇਗਾ। ਇੰਪੋਰਟੈਂਟ ਜਿਹੜੀ ਗੱਲ ਹੈ ਇਸ ਸਟੇਜ ਵਿੱਚ ਇੱਥੇ ਜਿਹੜੀ ਕਮੇਟੀ ਨੇ ਮਹੱਤਵਪੂਰਨ ਗੱਲ ਕੀਤੀ ਹੈ ਉਹ ਇਹ ਹੈ ਕਿ ਇਸ ਸਟੇਜ ਵਿੱਚ ਜਿਹੜੀ ਪੜ੍ਹਾਈ ਹੋਵੇਗੀ ਉਹ ਪ੍ਰਾਂਤਕ ਭਾਸ਼ਾ ਜਾਂ ਨੈਸ਼ਨਲ ਲੈਂਗੁਏਜ 'ਚ ਹੋਏਗੀ। ਇਸ ਪਿੱਛੇ ਤਰਕ ਇਹ ਹੈ ਕਿ ਇਸ ਸਟੇਜ ਵਿੱਚ ਬੱਚੇ ਦੀ ਸਿੱਖਣ ਦੀ ਸਮਰੱਥਾ ਆਪਣੀ ਮਾਤ ਭਾਸ਼ਾ ਵਿੱਚ ਜ਼ਿਆਦਾ ਹੁੰਦੀ ਹੈ, ਪਰ ਇਹ ਨਿਯਮ ਲਾਜ਼ਮੀ ਨਹੀਂ ਹੈ। ਜਿਸ ਸਕੂਲ ਦਾ ਮਨ ਮਾਤ ਭਾਸ਼ਾ 'ਚ ਸਿੱਖਿਆ ਨਾ ਦੇ ਕੇ ਇੰਗਲਿਸ਼ 'ਚ ਸਿੱਖਿਆ ਦੇਣਾ ਹੋਇਆ ਤਾਂ ਉਹ ਇੰਗਲਿਸ਼ 'ਚ ਆਪਣੇ ਸਕੂਲ ਵਿੱਚ ਬੱਚਿਆਂ ਨੂੰ ਸਿੱਖਿਆ ਦੇ ਸਕਣਗੇ, ਪਰ ਬੱਚੇ ਉੱਤੇ ਇੰਗਲਿਸ਼ 'ਚ ਸਿੱਖਿਆ ਲੈਣ ਲਈ ਸਕੂਲ ਦਬਾਅ ਜਿਹੜਾ ਹੈ ਉਹ ਨਹੀਂ ਪਾ ਸਕਦਾ। ਇਸ ਦੂਜੀ ਸਟੇਜ ਵਿੱਚ ਐਗਜ਼ਾਮ ਲਾਜ਼ਮੀ ਹੋਣਗੇ। ਇਸ ਤੋਂ ਬਾਅਦ ਤੀਜੀ ਸਟੇਜ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ। ਤੀਜੀ ਸਟੇਜ ਵੀ 3 ਸਾਲਾਂ ਦੀ ਹੋਵੇਗੀ। ਇਸ ਨੂੰ ਮਿਡਲ ਸਟੇਜ ਜਿਹੜਾ ਹੈ ਕਿਹਾ ਗਿਆ ਹੈ। ਇਸ ਸਟੇਜ ਵਿੱਚ ਬੱਚਾ 6ਵੀਂ ਜਮਾਤ ਤੋਂ ਦਾਖਲ ਹੋ ਕੇ 7ਵੀਂ ਅਤੇ 8ਵੀਂ ਜਮਾਤ ਪਾਸ ਕਰੇਗਾ। ਇਸ ਸਟੇਜ ਵਿੱਚ ਬੱਚੇ ਨੂੰ ਕੰਪਿਊਟਰ ਨੌਲੇਜ ਦਿੱਤੀ ਜਾਏਗੀ ਜਿਸ ਵਿੱਚ ਉਸ ਨੂੰ ਕੋਡਿੰਗ, ਡੀਕੋਡਿੰਗ ਆਦਿ ਸਿਖਾਈ ਜਾਏਗੀ। ਨਾਲ ਹੀ ਇਸ ਸਟੇਜ ਵਿੱਚ ਵੋਕੇਸ਼ਨਲ ਕੋਰਸ ਵੀ ਚਲਾਏ ਜਾਣ ਦੀ ਵਿਵਸਥਾ ਹੈ ਜਿਸ ਵਿੱਚ ਸਿਖਲਾਈ, ਕਢਾਈ, ਮਾਲੀ ਜਾਂ ਜਿਸ ਵਿੱਚ ਵੀ ਬੱਚਾ ਇੰਟਰਸਟ ਰੱਖਦਾ ਹੈ ਵੋਕੇਸ਼ਨਲ ਗਿਆਨ ਪ੍ਰਾਪਤ ਕਰੇਗਾ। ਨਾਲ ਹੀ ਉਸ ਨੂੰ ਇਸ ਵਿਸ਼ੇ ਵਿੱਚ ਨੰਬਰ ਵੀ ਮਿਲਣਗੇ। ਇਸ ਤੋਂ ਇਲਾਵਾ ਮੈਥ, ਸਾਇੰਸ, ਆਰਟਸ ਵਿਸ਼ੇ ਜਿਹੜੇ ਨੇ ਉਹ ਵੀ ਹੋਣਗੇ। ਨਾਲ ਹੀ ਵਿਵਸਥਾ ਹੈ ਕਿ ਕੋਈ ਇੱਕ ਇੰਡੀਅਨ ਲੈਂਗੁਏਜ ਵੀ ਬੱਚੇ ਨੂੰ ਪੜ੍ਹਨੀ ਪਏਗੀ। ਹੁਣ ਅਗਲੀ ਜਿਹੜੀ ਸਟੇਜ ਹੈ ਉਹ ਸੈਕੰਡਰੀ ਸਟੇਜ ਹੈ ਅਤੇ ਉਹ 4 ਸਾਲ ਦੀ ਹੈ। ਇਹ ਚੌਥੀ ਸਟੇਜ ਜਿਹੜੀ ਹੈ ਇੱਥੋਂ ਸ਼ੁਰੂ ਹੁੰਦੀ ਹੈ। ਇਸ ਸਟੇਜ ਵਿੱਚ ਬੱਚਾ
4 ਸਾਲ ਰਸਮੀ ਸਿੱਖਿਆ ਪ੍ਰਾਪਤ ਕਰੇਗਾ। 9ਵੀਂ 10ਵੀਂ 11ਵੀਂ ਅਤੇ 12ਵੀਂ ਬੱਚਾ ਇਸ ਸਟੇਜ ਵਿੱਚ ਪੂਰੀ ਕਰੇਗਾ। ਇਸ ਨੂੰ ਸੈਕੰਡਰੀ ਸਟੇਜ ਕਿਹਾ ਗਿਆ ਹੈ। ਇਸ ਸਟੇਜ ਵਿੱਚ ਵੱਡੇ ਪੱਧਰ 'ਤੇ ਬਦਲਾਅ ਕੀਤੇ ਗਏ ਹਨ। ਹੁਣ ਐਗਜ਼ਾਮ ਸਾਲ ਦੇ ਅਖੀਰ 'ਚ ਨਾ ਦੇ ਕੇ ਸਮੈਸਟਰ ਅਨੁਸਾਰ ਐਗਜ਼ਾਮ ਦੇਣੇ ਪੈਣਗੇ। ਹੁਣ ਵਿਦਿਆਰਥੀ ਨੂੰ ਕਿਸੇ ਸਟਰੀਮ ਨੂੰ ਚੁਣਨ ਦੀ ਲੋੜ ਨਹੀਂ ਪਏਗੀ। ਸਟਰੀਮ ਵਿਵਸਥਾ ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਹੈ ਇਸ ਪਾਲਿਸੀ ਰਾਹੀਂ। ਪਹਿਲਾਂ ਇਹ ਵਿਵਸਥਾ ਸੀ ਕਿ ਬੱਚਾ 10ਵੀਂ ਤੋਂ ਬਾਅਦ 11ਵੀਂ ਵਿੱਚ ਆਰਟਸ, ਸਾਇੰਸ ਜਾਂ ਕਮਰਸ ਸਟਰੀਮ 'ਚੋਂ ਕਿਸੇ ਇੱਕ ਸਟਰੀਮ ਦੀ ਪੜ੍ਹਾਈ ਕਰਦਾ ਸੀ। ਹੁਣ ਉਹ ਇਸ ਵਿਵਸਥਾ ਨੂੰ ਖਤਮ ਕਰ ਦਿੱਤਾ ਗਿਆ ਹੈ। ਹੁਣ ਮਲਟੀਪਲ ਸਬਜੈਕਟ ਦੀ ਵਿਵਸਥਾ ਜਿਹੜੀ ਹੈ ਉਹ ਕੀਤੀ ਗਈ ਹੈ। ਜੇਕਰ ਹੁਣ ਬੱਚਾ ਇਤਿਹਾਸ ਦੇ ਨਾਲ ਫਿਜ਼ਿਕਸ ਜਾਂ ਕਮਰਸ ਦਾ ਕੋਈ ਵਿਸ਼ਾ ਪੜ੍ਹਨਾ ਚਾਹੁੰਦਾ ਹੈ ਤਾਂ ਆਪਣੇ ਇੰਟਰਸਟ ਅਨੁਸਾਰ ਕੋਈ ਵੀ ਵਿਸ਼ਾ ਚੁਣ ਕੇ ਪੜ੍ਹਾਈ ਕਰ ਸਕੇਗਾ। ਉਸ ਨੂੰ ਕੋਈ ਰੋਕ ਟੋਕ ਇਸ ਨੂੰ ਲੈ ਕੇ ਨਹੀਂ ਹੋਵੇਗੀ। ਪਹਿਲਾਂ ਵਿਵਸਥਾ ਸੀ ਕਿ 10ਵੀਂ ਤੱਕ ਸੇਮ ਵਿਸ਼ੇ ਜਿਵੇਂ SST, ਮੈਥ, ਸਾਇੰਸ ਸਾਰਿਆਂ ਲਈ ਕਾਮਨ ਹੁੰਦੇ ਸਨ। +1 ਵਿੱਚ ਜਾ ਕੇ ਚੇਂਜ ਹੁੰਦੇ ਸਨ। ਪਰ ਹੁਣ ਇਸ ਸੈਕੰਡਰੀ ਸਟੇਜ ਦੇ ਸ਼ੁਰੂਆਤ ਭਾਵ 9ਵੀਂ ਜਮਾਤ ਤੋਂ ਹੀ ਬੱਚਾ ਕਿਸੇ ਵੀ ਵਿਸ਼ੇ ਦੀ ਪੜ੍ਹਾਈ ਸ਼ੁਰੂ ਕਰ ਸਕੇਗਾ। ਇਸ ਸਟੇਜ ਵਿੱਚ ਬੱਚਿਆਂ ਨੂੰ ਕ੍ਰਿਟੀਕਲ ਥਿੰਕਿੰਗ ਲੈਵਲ ਨੂੰ ਡਿਵੈਲਪ ਕਰਨ ਨੂੰ ਲੈ ਕੇ ਪੜ੍ਹਾਈ ਹੋਵੇਗੀ। ਹਰ ਵਿਸ਼ੇ ਵਿੱਚ ਕ੍ਰਿਟੀਕਲ ਐਵੈਲੂਏਸ਼ਨ ਰਾਹੀਂ ਸਿੱਖਿਆ ਕਰਾਈ ਜਾਣ ਦੀ ਵੀ ਗੱਲ ਇਸ ਪਾਲਿਸੀ ਰਾਹੀਂ ਕੀਤੀ ਜਾ ਰਹੀ ਹੈ। ਇਸ ਸਟੇਜ ਵਿੱਚ ਇੱਕ ਹੋਰ ਜਿਹੜਾ ਬਦਲਾਅ ਕੀਤਾ ਗਿਆ ਹੈ ਉਹ ਫੋਰਨ ਲੈਂਗੁਏਜ ਨੂੰ ਲੈ ਕੇ ਹੈ। ਇਸ ਸਟੇਜ ਵਿੱਚ ਬੱਚਾ ਕਿਸੇ ਵੀ ਵਿਦੇਸ਼ੀ ਭਾਸ਼ਾ ਦਾ ਗਿਆਨ ਪ੍ਰਾਪਤ ਕਰ ਸਕਦਾ ਹੈ। ਵਰਤਮਾਨ ਸਮੇਂ ਵਿੱਚ ਚੀਨ ਦੀ ਮੰਡਾਰਿਨ ਭਾਸ਼ਾ ਨੂੰ ਭਾਰਤ ਚੀਨ ਵਿਵਾਦ ਕਾਰਨ ਬਾਹਰ ਰੱਖਿਆ ਗਿਆ ਹੈ। ਇਸ ਤਰ੍ਹਾਂ 5+3+3+4 ਪੂਰਾ ਹੁੰਦਾ ਹੈ। ਜਿਹੜਾ 10+2 ਵਾਲਾ ਸਿਸਟਮ ਹੈ 12ਵੀਂ ਜਮਾਤ 'ਤੇ ਜਾ ਕੇ ਖ਼ਤਮ ਹੋ ਰਿਹਾ ਹੈ ਅਤੇ ਨਿਊ ਐਜੂਕੇਸ਼ਨ ਪਾਲਿਸੀ 2020 ਵਾਲਾ ਸਿਸਟਮ 5+3+3+4 ਵੀ 12ਵੀਂ ਜਮਾਤ 'ਤੇ ਜਾ ਕੇ ਖ਼ਤਮ ਹੁੰਦਾ ਹੈ। ਫ਼ਰਕ ਦੋਵਾਂ ਵਿੱਚ ਇੱਥੇ ਇਹ ਹੈ ਕਿ ਪੁਰਾਣੇ ਸਿਸਟਮ 'ਚ 6 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਪਹਿਲੀ ਜਮਾਤ ਵਿੱਚ ਬੱਚਾ ਫਾਰਮਲ ਐਜੂਕੇਸ਼ਨ ਨਾਲ ਜੁੜਦਾ ਸੀ। ਪਰ ਨਿਊ ਐਜੂਕੇਸ਼ਨ ਪਾਲਿਸੀ ਰਾਹੀਂ ਬੱਚਾ 3 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਅਗਲੇ 3 ਸਾਲ ਸਕੂਲ ਵਿੱਚ ਜਾ ਕੇ ਸਿਰਫ ਐਕਟੀਵਿਟੀ ਭਾਵ ਖੇਡਣਾ ਅਤੇ ਹੋਰ ਗਤੀਵਿਧੀਆਂ ਕਰੇਗਾ ਅਤੇ ਇਸ ਤਰ੍ਹਾਂ ਉਹ 3 ਸਾਲ ਦੀ ਉਮਰ ਵਿੱਚ ਹੀ ਫਾਰਮਲ ਐਜੂਕੇਸ਼ਨ ਨਾਲ ਜੁੜ ਜਾਏਗਾ। ਪਹਿਲਾਂ ਉਹ 6 ਸਾਲ ਦੀ ਉਮਰ ਵਿੱਚ ਫਾਰਮਲ ਐਜੂਕੇਸ਼ਨ ਸ਼ੁਰੂ ਕਰਦਾ ਸੀ। ਇਸ ਲਈ ਨਿਊ ਐਜੂਕੇਸ਼ਨ ਪਾਲਿਸੀ 15 ਸਾਲਾਂ ਫਾਰਮਲ ਐਜੂਕੇਸ਼ਨ ਦੀ ਵਿਵਸਥਾ ਕਰਦੀ ਹੈ। ਹੁਣ ਗ੍ਰੈਜੂਏਸ਼ਨ ਨੂੰ ਵੀ ਨਿਊ ਐਜੂਕੇਸ਼ਨ ਪਾਲਿਸੀ 2020 ਰਾਹੀਂ 4 ਸਾਲ ਦੀ ਕਰਨ ਦੀ ਵਿਵਸਥਾ ਕੀਤੀ ਗਈ ਹੈ। ਪਹਿਲਾਂ BA ਜਾਂ BSc ਜਾਂ BCom ਆਦਿ ਸਟਰੀਮ ਸਨ ਜਿਨ੍ਹਾਂ ਨੂੰ ਖ਼ਤਮ ਕਰਕੇ ਹੁਣ ਕੋਈ ਵੀ ਵਿਦਿਆਰਥੀ ਸਿਰਫ ਗ੍ਰੈਜੂਏਟ ਹੀ ਕਹਿਲਾਏਗਾ। ਬੱਚਾ ਆਪਣੀ ਮਰਜ਼ੀ ਦੇ ਵਿਸ਼ੇ ਹੀ ਪੜ੍ਹੇਗਾ ਭਾਵ ਉਹ ਕਿਸੇ ਵੀ ਸਟਰੀਮ ਦੇ ਹੋਣ। ਹੁਣ ਗ੍ਰੈਜੂਏਸ਼ਨ ਦੇ ਹਰ ਸਾਲ ਦੀ ਮਹੱਤਤਾ ਦੇਣ ਦੀ ਜਿਹੜੀ ਹੈ ਉਹ ਵਿਵਸਥਾ ਕੀਤੀ ਗਈ ਹੈ। ਜੇਕਰ ਕੋਈ ਵਿਦਿਆਰਥੀ ਗ੍ਰੈਜੂਏਸ਼ਨ ਵਿੱਚ ਦਾਖਲ ਹੁੰਦਾ ਹੈ ਅਤੇ ਪਹਿਲੇ ਸਾਲ ਦੇ ਪੇਪਰ ਦੇਣ ਤੋਂ ਬਾਅਦ ਪੜ੍ਹਾਈ ਛੱਡਦਾ ਹੈ ਤਾਂ ਉਸ ਨੂੰ ਗ੍ਰੈਜੂਏਸ਼ਨ ਦਾ 1 ਸਾਲ ਕੰਪਲੀਟ ਕਰਨ 'ਤੇ ਗ੍ਰੈਜੂਏਸ਼ਨ ਸਰਟੀਫਿਕੇਟ ਦਿੱਤਾ ਜਾਏਗਾ। ਸਰਟੀਫਿਕੇਟ ਆਧਾਰਿਤ ਨੌਕਰੀ ਲਈ ਉਹ ਐਲੀਜੀਬਲ ਹੋ ਜਾਏਗਾ। ਜੇਕਰ ਬੱਚਾ 2 ਸਾਲ ਦੀ ਗ੍ਰੈਜੂਏਸ਼ਨ ਕੰਪਲੀਟ ਕਰਦਾ ਹੈ ਤਾਂ ਉਸ ਨੂੰ ਗ੍ਰੈਜੂਏਸ਼ਨ ਡਿਪਲੋਮਾ ਦਿੱਤਾ ਜਾਏਗਾ। ਜੇਕਰ 3 ਸਾਲਾ ਗ੍ਰੈਜੂਏਸ਼ਨ ਪੂਰੀ ਕਰਦਾ ਹੈ ਤਾਂ ਉਸ ਨੂੰ ਗ੍ਰੈਜੂਏਸ਼ਨ ਡਿਗਰੀ ਦਿੱਤੀ ਜਾਏਗੀ। ਕੰਪੀਟੀਸ਼ਨ ਜਾਂ ਜੋਬ ਲਈ ਜਿੱਥੇ ਗ੍ਰੈਜੂਏਸ਼ਨ ਡਿਗਰੀ ਦੀ ਲੋੜ ਹੋਵੇਗੀ ਵਿਦਿਆਰਥੀ ਉੱਥੇ 3 ਸਾਲਾਂ ਗ੍ਰੈਜੂਏਸ਼ਨ ਡਿਗਰੀ ਵਰਤ ਸਕੇਗਾ। ਪਰ ਜਿਹੜੇ ਵਿਦਿਆਰਥੀ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਣਾ ਚਾਹੁੰਦੇ ਹਨ ਉਸ ਨੂੰ 4 ਸਾਲਾ ਗ੍ਰੈਜੂਏਸ਼ਨ ਕੰਪਲੀਟ ਕਰਨੀ ਪਵੇਗੀ ਅਤੇ ਉਹਨਾਂ ਦੇ ਸਰਟੀਫਿਕੇਟ ਉੱਤੇ ਗ੍ਰੈਜੂਏਸ਼ਨ ਰਿਸਰਚ ਲਿਖਿਆ ਹੋਵੇਗਾ।
ਨਿਊ ਐਜੂਕੇਸ਼ਨ ਪਾਲਿਸੀ 2020 ਵਿੱਚ ਗ੍ਰੈਜੂਏਸ਼ਨ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਗ੍ਰੈਜੂਏਸ਼ਨ ਵਿੱਚ ਰੀ-ਐਂਟਰੀ ਦੀ ਹੈ। ਮੰਨ ਲਓ ਕਿਸੇ ਵਿਦਿਆਰਥੀ ਨੇ 2 ਸਾਲ ਗ੍ਰੈਜੂਏਸ਼ਨ ਵਿੱਚ ਲਾਉਣ ਤੋਂ ਬਾਅਦ ਗ੍ਰੈਜੂਏਸ਼ਨ ਛੱਡ ਦਿੱਤੀ ਕਿਉਂਕਿ ਹਾਲਾਤ ਉਸ ਨੂੰ ਅੱਗੇ ਗ੍ਰੈਜੂਏਸ਼ਨ ਪੂਰੀ ਕਰਨ ਦੇ ਅਸਮਰਥ ਹਨ, ਪਰ 4 ਸਾਲ ਉਹ ਵਿਦਿਆਰਥੀ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਨ ਦੇ ਜਿਹੜਾ ਹੈ ਸਮਰਥ ਹੋ ਜਾਂਦਾ ਹੈ। ਭਾਵ ਕਿ 4 ਸਾਲਾਂ ਬਾਅਦ ਉਹ ਇੰਨਾ ਕੁ ਸਮਰਥ ਹੋ ਜਾਂਦਾ ਹੈ ਕਿ ਉਹ ਆਪਣੀ ਅੱਗੇ ਦੀ ਜਿਹੜੀ ਗ੍ਰੈਜੂਏਸ਼ਨ ਹੈ ਉਹ ਪੂਰੀ ਕਰ ਸਕੇ, ਤਾਂ ਉਹ ਆਪਣੀ ਗ੍ਰੈਜੂਏਸ਼ਨ ਜਿਸ ਦਾ ਕੁੱਲ ਸਮਾਂ 4 ਸਾਲ ਦਾ ਸੀ ਨੂੰ ਪੂਰਾ ਕਰ ਸਕੇਗਾ। ਉਹ ਗ੍ਰੈਜੂਏਸ਼ਨ ਦੇ ਜਿਹੜੇ ਸਾਲ ਨੂੰ ਪੂਰਾ ਕਰਕੇ ਗਿਆ ਸੀ ਉਸ ਤੋਂ ਅਗਲੇ ਸਾਲ ਦੀ ਗ੍ਰੈਜੂਏਸ਼ਨ ਦੀ ਕਲਾਸ ਉਹ ਸ਼ੁਰੂ ਕਰੇਗਾ। ਪਰ ਵਰਤਮਾਨ ਚੱਲ ਰਹੀ ਵਿਦਿਅਕ ਵਿਵਸਥਾ ਵਿੱਚ ਜ਼ਿਆਦਾ ਗੈਪ ਪਾਉਣ ਵਾਲੇ ਨੂੰ ਸ਼ੁਰੂ ਤੋਂ ਹੀ ਗ੍ਰੈਜੂਏਸ਼ਨ ਜਿਹੜੀ ਹੈ ਉਹ ਸ਼ੁਰੂ ਕਰਨੀ ਪੈਂਦੀ ਹੈ। ਨਿਊ ਐਜੂਕੇਸ਼ਨ ਪਾਲਿਸੀ 2020 ਵਿੱਚ ਪੋਸਟ ਗ੍ਰੈਜੂਏਸ਼ਨ ਵਿੱਚ ਵੀ ਬਦਲਾਅ ਆਇਆ ਹੈ। ਪਹਿਲਾਂ ਹਿਊਮੈਨਿਟੀਜ਼ ਸਟਰੀਮ ਵਿੱਚ ਪੋਸਟ ਗ੍ਰੈਜੂਏਸ਼ਨ ਕਰਨ ਵਾਲਾ MA, ਸਾਇੰਸ ਵਿੱਚ ਪੋਸਟ ਗ੍ਰੈਜੂਏਸ਼ਨ ਕਰਨ ਵਾਲਾ MSc ਅਤੇ ਕਮਰਸ ਵਿੱਚ MCom ਕਹਾਉਂਦਾ ਸੀ। ਪਰ ਨਿਊ ਐਜੂਕੇਸ਼ਨ ਪਾਲਿਸੀ ਵਿੱਚ ਇਹ ਨਾਂ ਖਤਮ ਕਰ ਦਿੱਤੇ ਗਏ ਹਨ। ਹੁਣ ਪੋਸਟ ਗ੍ਰੈਜੂਏਸ਼ਨ 2 ਤਰ੍ਹਾਂ ਦੀ ਹੋਵੇਗੀ, 1 ਸਾਲਾ ਅਤੇ 2 ਸਾਲਾ। ਜਿਸ ਵਿਦਿਆਰਥੀ ਨੇ 4 ਸਾਲਾ ਗ੍ਰੈਜੂਏਸ਼ਨ ਕੀਤੀ ਹੋਵੇਗੀ ਉਸ ਨੂੰ 1 ਸਾਲ ਵਾਲੀ ਪੋਸਟ ਗ੍ਰੈਜੂਏਸ਼ਨ ਕਰਨੀ ਪਵੇਗੀ। ਜਿਸ ਨੇ ਗ੍ਰੈਜੂਏਸ਼ਨ ਨੂੰ 3 ਸਾਲ ਹੀ ਦਿੱਤੇ ਹੋਣ, ਭਾਵ ਕਿ ਜਿਸ ਨੇ 3 ਸਾਲ ਦੀ ਗ੍ਰੈਜੂਏਸ਼ਨ ਡਿਗਰੀ ਪ੍ਰਾਪਤ ਕੀਤੀ ਹੈ ਉਸ ਨੂੰ ਪੋਸਟ ਗ੍ਰੈਜੂਏਸ਼ਨ 2 ਸਾਲ ਵਾਲੀ ਕਰਨੀ ਪਏਗੀ। ਹੁਣ ਗ੍ਰੈਜੂਏਸ਼ਨ ਕਰਨ ਵਿੱਚ 5 ਸਾਲ ਲੱਗਦੇ ਹਨ। 3 ਸਾਲ ਗ੍ਰੈਜੂਏਸ਼ਨ ਅਤੇ 2 ਸਾਲ ਪੋਸਟ ਗ੍ਰੈਜੂਏਸ਼ਨ ਵਿੱਚ। ਨਵੀਂ ਵਿਵਸਥਾ ਵਿੱਚ ਵੀ 5 ਸਾਲ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੋਵੇਂ ਕੰਪਲੀਟ ਹੋਣਗੀਆਂ। ਜੇਕਰ ਗ੍ਰੈਜੂਏਸ਼ਨ ਵਿੱਚ 3 ਸਾਲ ਲੱਗਦੇ ਹਨ ਤਾਂ ਪੋਸਟ ਗ੍ਰੈਜੂਏਸ਼ਨ ਵਿੱਚ 2 ਸਾਲ ਲੱਗਣਗੇ, ਅਤੇ ਜੇਕਰ ਪੋਸਟ ਗ੍ਰੈਜੂਏਸ਼ਨ 1 ਸਾਲ ਵਿੱਚ ਕਰਨੀ ਹੈ ਤਾਂ ਤੁਹਾਨੂੰ ਗ੍ਰੈਜੂਏਸ਼ਨ ਵਿੱਚ 4 ਸਾਲ ਹੀ ਲਾਣੇ ਪੈਣਗੇ। ਭਾਵ ਕਿ ਹਰ ਵਿਦਿਆਰਥੀ 5 ਸਾਲ ਵਿੱਚ ਹੀ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰ ਸਕੇਗਾ। ਨਿਊ ਐਜੂਕੇਸ਼ਨ ਪਾਲਿਸੀ 2020 ਰਾਹੀਂ MPhil ਨੂੰ ਖਤਮ ਕਰ ਦਿੱਤਾ ਗਿਆ ਹੈ। PhD ਹੁਣ 4 ਸਾਲ ਦੀ ਹੋਵੇਗੀ। ਇਸ ਵਿੱਚ ਕੋਈ ਖਾਸ ਬਦਲਾਅ ਨਹੀਂ ਹੈ। ਨਿਊ ਐਜੂਕੇਸ਼ਨ ਪਾਲਿਸੀ ਦੇ ਕਈ ਪੋਜ਼ੀਟਿਵ ਆਸਪੈਕਟ ਜਿਹੜੇ ਨੇ ਉਹ ਮੰਨੇ ਗਏ ਨੇ, ਉਹ ਇਸ ਤਰ੍ਹਾਂ ਨੇ, ਜਿਨ੍ਹਾਂ ਵਿੱਚੋਂ ਪਹਿਲਾਂ ਹੀ ਜਿਹੜਾ ਹੈ ਇਹ ਹੈ ਕਿ ਇਸ ਵਿੱਚ GDP ਦਾ 6% ਖਰਚ ਕੀਤਾ ਜਾਏਗਾ। ਪਰ ਸਮਾਂ ਅਤੇ ਹਾਲਾਤ ਹੀ ਦੱਸ ਸਕਣਗੇ ਕਿ GDP ਦਾ 6% ਖਰਚ ਹੋਇਆ ਹੈ ਜਾਂ ਨਹੀਂ। ਜਿਹੜਾ ਵਰਤਮਾਨ ਸਮੇਂ 'ਚ 4.43% ਜਿਹੜਾ ਹੈ ਖਰਚ ਹੋ ਰਿਹਾ ਹੈ ਅੰਦਾਜ਼ਨ। ਇਸ ਪਾਲਿਸੀ ਰਾਹੀਂ ਪ੍ਰਾਈਵੇਟ ਸਕੂਲਸ ਦੀ ਕੈਟੇਗਰੀ ਬਣਾਉਣ ਦੀ ਵੀ ਗੱਲ ਹੋ ਰਹੀ ਹੈ। ਜਿਹੜਾ ਸਕੂਲ ਜਿਸ ਕੈਟਾਗਰੀ ਵਿੱਚ ਆਵੇਗਾ ਉਹ ਉਸ ਕੈਟਾਗਰੀ ਅਨੁਸਾਰ ਹੀ ਫੀਸ ਲੈ ਸਕੇਗਾ। ਇਸ ਨਾਲ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਜਿਹੜੀ ਹੈ ਉੱਤੇ ਰੋਕ ਲੱਗੇਗੀ। ਉਹ ਮਨਮਾਨੀ ਢੰਗ ਨਾਲ ਜੋ ਫੀਸ ਇਕੱਠੀ ਕਰਦੇ ਹਨ ਉਸ ਦੇ ਉੱਪਰ ਲਗਾਉਣ ਦੀ ਜਿਹੜੀ ਹੈ ਇੱਥੇ ਗੱਲ ਕੀਤੀ ਜਾ ਰਹੀ ਹੈ। ਵੋਕੇਸ਼ਨਲ ਐਜੂਕੇਸ਼ਨ ਜਿਹੜੀ ਹੈ ਇਸ ਪਾਲਿਸੀ ਰਾਹੀਂ ਵਿਦਿਆਰਥੀਆਂ ਨੂੰ ਪ੍ਰੋਵਾਈਡ ਕੀਤੀ ਜਾਵੇਗੀ। ਉਹਨਾਂ ਨੂੰ ਪ੍ਰੈਕਟੀਕਲ ਨੌਲੇਜ ਦੇਣ ਦੀ ਗੱਲ ਕਹੀ ਗਈ ਹੈ ਜੋ ਕਿ ਉਹਨਾਂ ਨੂੰ ਕਿਸੇ ਕਿੱਤੇ ਨੂੰ ਲੈ ਕੇ ਮੁਹਾਰਤ ਪ੍ਰਦਾਨ ਕਰੇਗੀ। ਇਸ ਵਿੱਚ ਬੱਚੇ ਦੀ ਐਗਜ਼ਾਮ ਵਿੱਚ ਪਰਫਾਰਮੈਂਸ ਤੋਂ ਇਲਾਵਾ ਉਸ ਦੇ ਨਿੱਜੀ ਗੁਣਾਂ ਨੂੰ ਆਧਾਰ ਮੰਨ ਕੇ ਅਤੇ ਉਸ ਦੀ ਕਲਾਸ ਵਿੱਚ ਕੀ ਸ਼ਮੂਲੀਅਤ ਹੈ, ਉਸ ਦੀ ਰਾਏ ਦੂਜਿਆਂ ਪ੍ਰਤੀ ਕੀ ਹੈ, ਦੂਸਰੇ ਕੀ ਉਸ ਬਾਰੇ ਵਿਚਾਰ ਰੱਖਦੇ ਨੇ, ਇਹ ਸਾਰੇ ਜਿਹੜਾ ਹੈ ਗੱਲਾਂ ਨੂੰ ਧਿਆਨ 'ਚ ਰੱਖ ਕੇ ਜਿਹੜਾ ਹੈ ਅੰਤਿਮ ਰਿਜ਼ਲਟ ਜਿਹੜਾ ਹੈ ਤਿਆਰ ਕੀਤਾ ਜਾਏਗਾ। ਇਸ ਦੇ ਨਾਲ ਹੀ ਹੁਣ ਦੁਨੀਆ ਦੀਆਂ ਟੌਪ 50 ਜਿਹੜੀਆਂ ਯੂਨੀਵਰਸਿਟੀਆਂ ਨੇ ਆਪਣੀਆਂ ਬ੍ਰਾਂਚਾਂ ਭਾਰਤ ਵਿੱਚ ਖੋਲ੍ਹ ਸਕਣਗੀਆਂ। ਇਸ ਲਈ ਇਹਨਾਂ ਯੂਨੀਵਰਸਿਟੀਆਂ ਨੂੰ ਕੋਈ ਟੋਕਨ ਮਨੀ ਵੀ ਜਮ੍ਹਾਂ ਨਹੀਂ ਕਰਾਉਣੀ ਪਏਗੀ। ਇਸ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਜਿਹੜਾ ਹੈ ਭਾਰਤੀ ਵਿਦਿਆਰਥੀਆਂ ਨੂੰ ਟੌਪ ਯੂਨੀਵਰਸਿਟੀਆਂ ਦਾ ਲਾਭ ਭਾਰਤ ਵਿੱਚ ਰਹਿ ਕੇ ਹੀ ਮਿਲ ਸਕੇਗਾ। ਇਸ ਪਾਲਿਸੀ ਰਾਹੀਂ 4 ਅਲੱਗ-ਅਲੱਗ ਵਿਭਾਗ ਸਥਾਪਿਤ ਕਰਨ ਦੀ ਗੱਲ ਕੀਤੀ ਗਈ ਹੈ। ਹਰੇਕ ਵਿਭਾਗ ਦਾ ਆਪਣਾ ਕੰਮ ਹੋਵੇਗਾ। ਜਿਵੇਂ ਇੱਕ ਵਿਭਾਗ ਦਾ ਕੰਮ ਹੋਵੇਗਾ ਸਿਲੇਬਸ ਬਣਾਉਣਾ,
ਸਿਲੇਬਸ ਨੂੰ ਹਰੇਕ ਬੱਚੇ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕਰਨਾ। ਦੂਜੇ ਵਿਭਾਗ ਦਾ ਕੰਮ ਹੋਵੇਗਾ ਅਧਿਆਪਕਾਂ ਇੰਫਰਾਸਟ੍ਰਕਚਰ ਆਦਿ ਨੂੰ ਲੈ ਕੇ ਕੰਮ ਕਰਨਾ। ਤੀਸਰੇ ਵਿਭਾਗ ਦਾ ਕੰਮ ਹੋਵੇਗਾ ਵਜ਼ੀਫੇ ਜਾਂ ਅਧਿਆਪਕਾਂ ਨੂੰ ਤਨਖਾਹ ਆਦਿ ਦੀ ਵਿਵਸਥਾ ਕਰਨਾ। ਅਤੇ ਜਿਹੜਾ ਚੌਥਾ ਵਿਭਾਗ ਹੈ ਉਸ ਦਾ ਕੰਮ ਹੋਵੇਗਾ ਨਤੀਜੇ ਕੱਢਣਾ। ਨਾਲ ਹੀ ਇਸ ਪਾਲਿਸੀ ਰਾਹੀਂ ਅਧਿਆਪਕਾਂ ਦੀ 4 ਸਾਲਾ ਟ੍ਰੇਨਿੰਗ ਦੀ ਵਿਵਸਥਾ ਦੀ ਗੱਲ ਕਹੀ ਗਈ ਹੈ। ਇੱਕ ਅਧਿਆਪਕ ਨੂੰ ਹੋਰ ਕੁਸ਼ਲਤਾ ਨਾਲ ਕੰਮ ਕਰਨ ਦੇ ਯੋਗ ਬਣਾਵੇਗਾ। ਇਸ ਬਾਰੇ ਇਸ ਤਰ੍ਹਾਂ ਦੇ ਜਿਹੜੇ ਨੇ ਵਿਚਾਰ ਪੇਸ਼ ਕੀਤੇ ਜਾ ਰਹੇ ਨੇ। ਨਿਊ ਐਜੂਕੇਸ਼ਨ ਪਾਲਿਸੀ ਰਾਹੀਂ ਗਰੋਸ ਐਨਰੋਲਮੈਂਟ ਰੇਸ਼ੋ ਜਿਹੜੀ ਹੈ ਉਹ 2035 ਤੱਕ ਵਧਾਉਣ ਦੀ ਗੱਲ ਕੀਤੀ ਗਈ ਹੈ। ਜਿਵੇਂ ਸੈਕੰਡਰੀ ਲੈਵਲ 'ਤੇ +1 ਅਤੇ +2 ਲੈਵਲ 'ਤੇ ਜਿਹੜੀ ਬੱਚਿਆਂ ਦੀ ਐਨਰੋਲਮੈਂਟ ਹੈ ਵਰਤਮਾਨ ਸਮੇਂ ਵਿੱਚ ਉਹ 56.5% ਹੈ ਅਤੇ 2035 ਤੱਕ ਇਸ ਨੂੰ 100% ਕਰਨ ਦੀ ਗੱਲ ਕਹੀ ਗਈ ਹੈ। ਇਸੇ ਤਰ੍ਹਾਂ ਹਾਇਰ ਐਜੂਕੇਸ਼ਨ ਭਾਵ ਕਿ ਕਾਲਜ ਯੂਨੀਵਰਸਿਟੀਆਂ ਵਿੱਚ ਜਿਹੜੀ ਐਨਰੋਲਮੈਂਟ ਹੈ ਉਹ 26.3% ਵਰਤਮਾਨ ਸਮੇਂ ਵਿੱਚ ਹੈ ਅਤੇ ਇਸ ਨੂੰ ਵੀ 2035 ਤੱਕ 50% ਕਰਨ ਦੀ ਨਵੀਂ ਐਜੂਕੇਸ਼ਨ ਪਾਲਿਸੀ 'ਚ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਕਾਮਨ ਐਂਟਰੈਂਸ ਐਗਜ਼ਾਮ ਜਿਹੜਾ ਹੈ ਉਹਦੀ ਵੀ ਗੱਲ ਕਹੀ ਗਈ ਹੈ। ਦ ਨੈਸ਼ਨਲ ਟੈਸਟਿੰਗ ਏਜੰਸੀ NTA ਜਿਹੜਾ ਹੈ ਉਹ ਇੱਕ ਕਾਮਨ ਐਗਜ਼ਾਮ ਲਵੇਗਾ ਜਿਹੜਾ ਭਾਰਤ ਦੀ ਹਰੇਕ ਯੂਨੀਵਰਸਿਟੀ ਵਿੱਚ ਵੈਲਿਡ ਹੋਵੇਗਾ। ਇਸ ਦੇ ਨਾਲ ਹੀ ਇੱਕ ਹਾਇਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ ਵੀ ਜਿਹੜਾ ਹੈ ਬਣਾਉਣ ਦੀ ਗੱਲ ਇਸ ਪਾਲਿਸੀ ਵਿੱਚ ਗੱਲ ਕੀਤੀ ਗਈ ਹੈ। ਹੁਣ ਇਸ ਪਾਲਿਸੀ ਦੇ ਕੁਝ ਨੈਗੇਟਿਵ ਜਿਹੜੇ ਐਸਪੈਕਟ ਨੇ ਉਹਨਾਂ 'ਤੇ ਗੱਲ ਕਰਦੇ ਹਾਂ। ਇਸ ਪਾਲਿਸੀ ਨੂੰ ਲੈ ਕੇ ਅੱਜ ਕਈ ਵਾਦ ਵਿਵਾਦ ਜਿਹੜੇ ਨੇ ਚੱਲ ਰਹੇ ਨੇ। ਹੁਣ ਮਾਤ ਭਾਸ਼ਾ ਨੂੰ ਲੈ ਕੇ ਜੋ ਗੱਲ ਇਸ ਪਾਲਿਸੀ ਵਿੱਚ ਕੀਤੀ ਗਈ ਹੈ ਉਸ ਦੇ ਕਈ ਪਹਿਲੂਆਂ 'ਚੋਂ ਇੱਕ ਪਹਿਲੂ ਇਹ ਹੈ ਕਿ ਇਸ ਪਾਲਿਸੀ ਰਾਹੀਂ ਮਾਤ ਭਾਸ਼ਾ ਦੇ ਨਾਲ ਇੰਗਲਿਸ਼ ਭਾਸ਼ਾ 'ਚ ਗਿਆਨ ਦੇਣ ਨੂੰ ਵੀ ਆਪਸ਼ਨ ਵਜੋਂ ਦਿੱਤਾ ਗਿਆ ਹੈ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਅਦਾਰੇ ਮਾਤ ਭਾਸ਼ਾ ਨਾਲੋਂ ਇੰਗਲਿਸ਼ ਨੂੰ ਹੀ ਤਵੱਜੋ ਦੇਣਗੇ। ਇਸ ਪਾਲਿਸੀ ਰਾਹੀਂ ਇਹ ਵੀ ਵਿਵਸਥਾ ਹੈ ਕਿ ਅਧਿਆਪਕਾਂ ਦੇ ਪ੍ਰੋਗਰਾਮ ਅਤੇ ਸਿਲੇਬਸ ਨੂੰ ਸੈਂਟਰਲ ਬੋਡੀ ਡਿਜ਼ਾਈਨ ਕਰੇਗੀ ਅਤੇ ਹਰ ਰਾਜ ਸਰਕਾਰ ਨੂੰ ਇਸ ਨੂੰ ਮੰਨਣਾ ਹੀ ਪਏਗਾ। ਇਹ ਵਿਵਸਥਾ ਭਾਰਤੀ ਸੰਘਾਤਮਕ ਵਿਵਸਥਾ ਰਾਜਾਂ ਦੀ ਨਿਰਣੈ ਲੈਣ ਦੀ ਸਮਰੱਥਾ ਨੂੰ ਕਮਜ਼ੋਰ ਕਰਦੀ ਹੈ। ਅਗਲਾ ਜਿਹੜਾ ਹੈ ਕਿ ਇਸ ਪਾਲਿਸੀ ਰਾਹੀਂ ਵਿਵਸਥਾ ਹੈ ਕਿ ਜੇਕਰ ਬੱਚਾ ਗ੍ਰੈਜੂਏਸ਼ਨ ਵਿੱਚ ਛੱਡ ਕੇ ਜਾਏਗਾ ਤਾਂ ਉਸ ਨੂੰ ਜੋ ਸਰਟੀਫਿਕੇਟ ਦਿੱਤਾ ਜਾਏਗਾ ਉਹ ਕਿਸ ਤਰ੍ਹਾਂ ਦੀ ਨੌਕਰੀ ਲਈ ਵੈਲਿਡ ਹੋਵੇਗਾ। ਇਸ ਦੇ ਨਾਲ ਹੀ ਇਸ ਪਾਲਿਸੀ ਨਾਲ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਨਾਲ ਸਿਰਫ 3000 ਜਾਂ ਇਸ ਤੋਂ ਵੱਧ ਵਿਦਿਆਰਥੀਆਂ ਵਾਲੇ ਕਾਲਜ ਹੀ ਸਰਵਾਈਵ ਕਰ ਸਕਣਗੇ। ਦੂਰ ਦੁਰਾਡੇ ਪਿੰਡਾਂ ਵਿੱਚ ਪੈਂਦੇ ਘੱਟ ਵਿਦਿਆਰਥੀਆਂ ਵਾਲੇ ਕਾਲਜਾਂ ਉੱਤੇ ਇਸ ਪਾਲਿਸੀ ਦਾ ਮਾੜਾ ਅਸਰ ਪੈ ਸਕਦਾ ਹੈ। ਅਤੇ ਇਸ ਤਰ੍ਹਾਂ ਜਿਹੜਾ ਹੈ ਅੱਜ ਅਸੀਂ ਨਿਊ ਐਜੂਕੇਸ਼ਨ ਪਾਲਿਸੀ 2020 'ਤੇ ਵਿਸਥਾਰਪੂਰਵਕ ਜਿਹੜੀ ਹੈ ਗੱਲ ਕੀਤੀ ਹੈ। ਅੱਗੇ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ। ਅੱਜ ਦੇ ਲਈ ਇੰਨਾ ਹੀ। ਧੰਨਵਾਦ।